ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਪਰਮ ਸਨਮਾਨਯੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਰਹੀ ਸਾਧ ਸੰਗਤ ਜੀ, ਆਪ ਵਡਭਾਗੀ ਹੋ। ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸ਼ਰਵਣ ਕੀਤੇ ਉਪਰੰਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ ਰਾਗੀ ਸਿੰਘਾਂ ਪਾਸੋਂ ਸ਼ਬਦ ਸ਼ਰਵਣ ਕੀਤੇ। ਅੱਜ ਦਾ ਜੋ ਦਿਨ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਤਾ ਗੱਦੀ ਦਿਵਸ ਹੈ। ਸੋ ਆਓ ਦੋਨੋਂ ਹੱਥ ਜੋੜ ਕੇ ਸੀਸ ਝੁਕਾ ਕੇ ਗੁਰਫਤਿਹ ਦੇ ਨਾਲ ਸਾਂਝ ਪਾਈਏ, ਵਿਚਾਰ ਪ੍ਰਾਰੰਭ ਕਰੀਏ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ 3 ਦਿਹਾੜੇ ਮਨਾਉਂਦੇ ਹਾਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਸੰਪੂਰਨਤਾ ਦਿਹਾੜਾ ਅਤੇ ਗੁਰਤਾ ਗੱਦੀ। ਸਤਿਗੁਰੂ ਮਹਾਰਾਜ ਜੀ ਦੇ ਜੋ ਆਪ ਜੀ ਨੇ ਰਾਗੀ ਪਾਸੋਂ ਸਿੰਘਾਂ ਪਾਸੋਂ ਸ਼ਬਦ ਸ਼ਰਵਣ ਕੀਤੇ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆਪਾਂ ਪ੍ਰਾਰੰਭ ਕਰੀਏ ਵਿਚਾਰ। ਪਹਿਲਾ ਪ੍ਰਕਾਸ਼ ਪੁਰਬ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 1604 ਨੂੰ ਹੋਇਆ, ਇਹ ਆਪਾਂ ਸਾਰੇ ਜਾਣਦੇ ਹਾਂ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ 1604 ਈਸਵੀ ਵਿੱਚ ਹੋਇਆ। ਰਾਮਸਰ ਸਾਹਿਬ ਤੋਂ ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ ਨਗਰ ਕੀਰਤਨ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਤੱਕ ਬਾਬਾ ਬੁੱਢਾ ਜੀ ਦੇ ਸੀਸ ਤੇ ਸਜਾ ਕੇ ਗੁਰੂ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਚਵਰ ਕਰਦੇ ਪੁੱਜੇ। ਅਤੇ ਪਹਿਲਾ ਪ੍ਰਕਾਸ਼ ਜਿਹੜਾ ਸੀ ਭਾਦੋ ਸੁਦੀ ਪਹਿਲੀ ਸੰਮਤ 1661, 1 ਸਤੰਬਰ 1604 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਹੋਇਆ। ਪਹਿਲਾ ਪ੍ਰਕਾਸ਼ ਦਾ ਮਹੱਤਵ ਇਹ ਹੈ ਵੀ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਹੈ ਤਿਆਰ ਹੋਈ, ਆਦਿ ਬੀੜ ਜਿਹਨੂੰ ਆਪਾਂ ਕਿਹਾ, ਉਹਦਾ ਪ੍ਰਕਾਸ਼ ਜਦੋਂ ਹੋਇਆ, ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਜੀ ਪਾਸੋਂ ਸਤਿਗੁਰੂ ਮਹਾਰਾਜ ਨੇ ਕਰਵਾਇਆ। ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ। ਸਤਿਗੁਰੂ ਮਹਾਰਾਜ ਜੀ ਜਿਨ੍ਹਾਂ ਦਾ ਇਹ ਸੁਭਾਗ ਸੀ ਕਿ ਉਸ ਵੇਲੇ ਤੱਕ ਸਾਰੇ ਗੁਰੂ ਸਾਹਿਬਾਨ ਦੇ ਜਿਹੜੇ ਦਰਸ਼ਨ ਕਰ ਚੁੱਕੇ ਸਨ, ਰੂਹਾਨੀਅਤ ਦੇ ਮੁਜੱਸਮੇ,
ਅਤੇ ਸਿੱਖੀ ਜੀਵਨ ਦੀ ਸਾਕਾਰ ਮੂਰਤ ਨਾਂ ਸ੍ਰੀ ਹਰਿਮੰਦਰ ਸਾਹਿਬ ਪਹਿਲੇ ਗ੍ਰੰਥੀ ਨਿਯੁਕਤ ਹੋਏ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀਆਂ ਜੋ ਆਪਾਂ ਪਿਛਲੇ ਮਹੀਨਿਆਂ 'ਚ ਮਨਾ ਚੁੱਕੇ ਹਾਂ ਅਤੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਫਿਰ ਆਪਾਂ ਕਹਿੰਦੇ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਭਾਈ ਸਾਹਿਬ ਜੀ ਨੇ ਪਹਿਲਾਂ ਸ਼ੁਰੂ ਦੇ ਵਿੱਚ ਜਿਹੜਾ ਆਪਾਂ ਦੋਹਰਾ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਸਾਹਿਬ ਨੇ ਆਵਾਜ਼ਾਂ ਦਿੱਤਾ ਸੀ ਸਾਰਿਆਂ ਨੂੰ ਇਕੱਤਰ ਕਰਕੇ। ਇਸ ਤੋਂ ਉਪਰੰਤ ਇੱਕ ਵਿਸ਼ੇਸ਼ ਜਿਹੜੇ ਸੰਯੁਕਤ ਹੈ ਕਿ ਗ੍ਰੰਥ ਚਰਨ ਦੇ ਮਨੋਰਥ ਨਾਲ ਇਹ ਪ੍ਰਾਪਤ ਕੀਤਾ ਕਿ ਇਸ ਸੰਕਲਨ ਵਿੱਚ ਆਪਣੀ ਬਾਣੀ ਮਹਾਰਾਜ ਨੇ 31 ਹੋਰ ਭਾਰਤੀ ਸੰਤਾਂ ਭਗਤਾਂ ਦੀਆਂ ਰਚਨਾਵਾਂ ਸ਼ਾਮਲ ਕਰਦੇ ਹੋਏ ਇੱਕ ਅਨੋਖਾ ਸੰਗ੍ਰਹਿ ਤਿਆਰ ਕੀਤਾ। ਇਸ ਗ੍ਰੰਥ ਨੂੰ ਲਿਖਣ ਦਾ ਕਾਰਜ ਜਿਹੜਾ ਸੀ ਉਹ ਭਾਈ ਗੁਰਦਾਸ ਜੀ ਦੇ ਪਾਸੋਂ ਕਰਵਾਇਆ ਮਹਾਰਾਜ ਨੇ, ਭਾਈ ਗੁਰਦਾਸ ਤੋਂ। ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ, ਸਾਹਿਬ ਅੰਮ੍ਰਿਤਸਰ ਵਿਖੇ ਪ੍ਰਕਾਸ਼ ਕੀਤਾ ਅਤੇ ਇਸ ਤਰ੍ਹਾਂ ਇਸ ਨੂੰ ਸਿੱਖਾਂ ਨੂੰ ਧਾਰਮਿਕ ਗ੍ਰੰਥ ਵਜੋਂ ਮਾਨਤਾ ਦਿੱਤੀ ਗਈ। ਇਸ ਗ੍ਰੰਥ ਨੂੰ ਰੂਹਾਨੀਅਤ ਦਾ ਉਚੇਰਾ ਦਰਜਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਖੁਦ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਹੁਣ ਜੇ ਕੋਈ ਵੀ ਸਿੱਖ ਕਾਰਜ ਕਰਦਾ ਹੈ ਤਾਂ ਉਹ ਆਗਿਆ ਪਹਿਲਾਂ ਗੁਰੂ ਗ੍ਰੰਥ ਸਾਹਿਬ ਤੋਂ ਲੈਂਦਾ। ਜੇ ਬੱਚੇ ਦਾ ਨਾਮ ਰੱਖਣਾ ਹੈ ਹੁਕਮਨਾਮਾ ਸਾਹਿਬ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ, ਜੇ ਕੋਈ ਘਰ ਬਣਾਉਣਾ ਗੁਰੂ ਗ੍ਰੰਥ ਸਾਹਿਬ ਤੋਂ ਆਗਿਆ ਲੈਣੇ, ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਸਾਡਾ ਇਸ਼ਟ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਾਡੇ ਪ੍ਰਾਪਤ ਹੋਏ ਆ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਇਹ ਬਹੁਤ ਵੱਡੀ ਰੂਹਾਨੀਅਤ ਦੀ ਸੇਵਾ ਸਾਨੂੰ ਸੌਂਪੀ ਹੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਖੁਦ, ਕਿਉਂਕਿ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਆਪ ਵੀ ਭੋਏ ਦੇ ਬਿਰਾਜਮਾਨ ਹੁੰਦੇ ਸਨ, ਮਹਾਰਾਜ ਥੱਲੇ ਪੈਂਦੇ ਸਨ। ਹੁਣ ਵੀ ਤੁਸੀਂ ਵੇਖਿਓ ਹਰਿਮੰਦਰ ਸਾਹਿਬ ਜਦੋਂ ਅਕਾਲ ਤਖਤ 'ਤੇ ਜਦੋਂ ਗੁਰੂ ਸਾਹਿਬ ਜੀ ਸ਼ਾਮਾਂ ਨੂੰ ਸੁਖ ਆਸਨ ਦੀ ਸੇਵਾ ਹੁੰਦੀ ਤੇ ਚਿੱਟੀ ਚਾਦਰ ਪਲੰਘੇ ਦੇ ਥੱਲੇ ਵਿਛਾਈ ਹੁੰਦੀ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਉੱਥੇ ਸੌਂਦੇ ਸਨ, ਬੈਠਦੇ ਸਨ ਥੱਲੇ। ਇੰਨਾ ਅਦਬ ਸਤਿਕਾਰ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ। ਜੇ ਉਹ ਸਤਿਕਾਰ ਅੱਜ ਵੀ ਸਾਨੂੰ ਕਰਨਾ ਚਾਹੀਦਾ, ਜਿਸ ਤਰ੍ਹਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਪ੍ਰਕਾਸ਼ ਕਰ ਲੈਂਦੇ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਜੋੜਾ ਲਾਇਆ ਸੀ, ਆਪਣਾ ਜੋੜਾ ਲਾ ਕੇ ਫਿਰ ਚੌਰ ਸਾਹਿਬ ਦੀ ਸੇਵਾ ਕੀਤੀ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰਵਾਇਆ ਬਾਬਾ ਬੁੱਢਾ ਜੀ ਤੋਂ। ਬਾਬਾ ਬੁੱਢਾ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ। ਆਵਾਜ਼ ਕਹਿਣ ਦਾ ਭਾਵ ਮੁੱਖ ਵਾਕ ਹੁਕਮਨਾਮਾ, ਆਵਾਜ਼ਾਂ ਪਹਿਲੇ ਸਮਿਆਂ ਦੇ ਵਿੱਚ। ਹੁਕਮਨਾਮਾ ਸਾਹਿਬ ਮਹਾਰਾਜ ਦਾ ਕਿਹੜਾ ਆ 783 ਅੰਗ ਤੇ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਸੰਪੂਰਨਤਾ ਕਰਕੇ ਨਤਮਸਤਕ ਹੋਏ, ਮੱਥਾ ਟੇਕਿਆ ਤੇ ਇਹ ਪਾਵਨ ਵਚਨ ਪੋਥੀ ਰੂਪ ਵਿੱਚ ਲਿਖ ਦਿੱਤੇ ਕਿ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ, ਜਦੋਂ ਸ਼ੁਰੂ ਤੋਂ ਲੈ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਅੰਗਦ ਦੇਵ ਜੀ, ਇਹ ਪੋਥੀਆਂ ਦੇ ਰੂਪ ਦੇ ਵਿੱਚ ਬਾਣੀ ਸੀ ਪਹਿਲਾਂ। ਅੰਗਦ ਦੇਵ ਜੀ ਨੂੰ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤੇ ਇਸ ਪੋਥੀ ਦਾ ਸੌਂਪਣਾ ਵੀ ਉਹਨਾਂ ਨੂੰ ਕਰ ਦਿੱਤਾ। ਆਤਮ ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਾਉਣ ਵਾਲੇ ਇਹਨਾਂ ਅੰਮ੍ਰਿਤ ਬਚਨਾਂ ਦਾ ਪ੍ਰਵਾਹ ਸ੍ਰੀ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਮਹਾਰਾਜ, ਸ੍ਰੀ ਗੁਰੂ ਰਾਮਦਾਸ ਮਹਾਰਾਜ ਤੇ ਸ੍ਰੀ ਗੁਰੂ ਅਰਜਨ ਦੇਵ ਤੱਕ ਨਿਰੰਤਰ ਚੱਲਦਾ ਰਿਹਾ। ਜਿਸ ਨੂੰ ਗੁਰਤਾ ਗੱਦੀ ਮਿਲਦੀ ਸੀ ਇਹ ਪੋਥੀਆਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਸੌਂਪੀਆਂ ਜਾਂਦੀਆਂ ਸਨ। ਇਹ ਪਾਵਨ ਬਚਨ ਪੋਥੀ ਰੂਪ ਵਿੱਚ ਇੱਕ ਗੁਰੂ ਤੋਂ ਬਾਅਦ ਦੂਜੇ ਗੁਰੂ ਸਾਹਿਬਾਨ ਦੇ ਹੁੰਦੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪ੍ਰਾਪਤ ਹੋਏ। ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਤੇ ਰਹਿਮਤਾਂ ਦੇ ਦਾਤੇ ਸਤਿਗੁਰੂ ਜੀ ਨੇ ਮਨੁੱਖਤਾ ਦਾ ਦੁੱਖ ਹਰਨ ਲਈ ਭਗਤਾਂ ਭੱਟਾਂ ਦੇ ਗੁਰੂ ਘਰ ਵੱਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਕੇ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਗ੍ਰੰਥ ਦਾ ਸੰਕਲਨ ਕੀਤਾ। ਭੱਟਾਂ ਦੇ ਸਵਈਏ 11 ਭੱਟਾਂ ਦੇ ਸਵਈਏ, 15 ਭਗਤਾਂ ਦੀ ਬਾਣੀ ਦਰਜ ਕੀਤੀ, 4 ਸਿੱਖਾਂ ਦੀ ਬਾਣੀ। ਇਸ ਤਰ੍ਹਾਂ ਬਾਣੀ ਨੂੰ ਇਕੱਤਰ ਕਰਕੇ ਆਦਿ ਬੀੜ, ਜਿਹਨੂੰ ਪਹਿਲਾਂ ਕਿਹਾ ਗਿਆ ਆਦਿ ਬੀੜ, ਤਿਆਰ ਹੋਈ ਤੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾਈ, ਜੋ ਗੁਰਮਤਿ ਦੇ ਉੱਘੇ ਵਿਦਵਾਨ ਮੁਖੀ ਪ੍ਰਬੰਧਾਂ ਵਿੱਚ ਇੱਕ ਸਨ ਤੇ ਰਾਮਸਰ ਸਰੋਵਰ ਦੇ ਰਾਮਨੀ ਕਿਨਾਰੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ
ਅਗਵਾਈ ਹੇਠ ਪਾਵਨ ਬੀੜ ਨੂੰ ਲਿਖਣ ਦੀ ਜਿਹੜੀ ਸੇਵਾ ਮਿਲੀ। ਹੁਣ ਇਹ ਤਾਂ ਹੋ ਗਿਆ ਪਹਿਲਾ ਪ੍ਰਕਾਸ਼। ਹੁਣ ਸੰਪੂਰਨਤਾ ਕਦੋਂ ਹੋਈ? ਸੰਪੂਰਨਤਾ ਹੋਈ 1706 ਦੇ ਵਿੱਚ, ਕਿਉਂਕਿ 1704 ਦੇ ਵਿੱਚ ਸ਼ਹੀਦੀਆਂ ਹੋਈਆਂ ਸਤਿਗੁਰੂ ਮਹਾਰਾਜ ਦੇ ਸਪੁੱਤਰਾਂ ਦੀਆਂ, ਬੱਚਿਆਂ ਦੀਆਂ। ਤੇ ਗੁਰੂ ਮਹਾਰਾਜ ਨੇ ਜਿਹੜੀ ਅਖੀਰਲੀ ਜੰਗ ਲੜੀ 42 ਸਾਲ ਦੀ ਉਮਰ ਦੇ ਵਿੱਚ, ਮੁਕਤਸਰ ਦੀ ਜੰਗ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਫਿਰ ਇੱਥੇ ਆਉਂਦੇ, ਆਲਮਗੀਰ ਹੁੰਦਿਆਂ ਬਠਿੰਡੇ ਪੜਾਅ ਕਰਦੇ ਆ। ਤੇ ਫਿਰ ਮਹਾਰਾਜ ਜੀ ਦਮਦਮਾ ਸਾਹਿਬ ਆ ਰਹੇ। 1705 ਤੋਂ ਤੁਰੇ, 1706 ਦੇ ਵਿੱਚ ਭਾਈ ਮਣੀ ਸਿੰਘ ਜੀ ਤੋਂ ਇਹ ਬਾਣੀ ਜਿਹੜੀ ਹੈ ਅਧੂਰੀ ਸੀ, ਜਿਹਨੂੰ ਆਪਾਂ ਕਹਿ ਦਈਏ ਪੂਰਨ ਨਹੀਂ ਸੀ, ਸੰਪੂਰਨਤਾ ਨਹੀਂ ਸੀ, ਉਹਨਾਂ ਤੋਂ ਕਰਵਾਈ। ਹੁਣ ਕਿਹੜੇ ਗੁਰੂ ਦੀ ਬਾਣੀ ਵਿੱਚ ਨਹੀਂ ਸੀ? ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਾਵਨ ਗੁਰਬਾਣੀ ਨਹੀਂ ਸੀ। ਸੋਰਠ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਮਹਾਰਾਜ ਦੇ ਸ਼ਲੋਕ ਹੈ, ਧਨਾਸਰੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਹੈ, ਤੇ ਇੱਕ ਰਾਗ ਜਿਹੜਾ ਉਹ ਧੰਨ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਦੇ ਕੱਲਿਆਂ ਦੀ ਬਾਣੀ ਹੈ, ਜੈ ਜੈਵੰਤੀ ਰਾਗ 1352। ਫਿਰ 57 ਸ਼ਲੋਕ ਭੋਗ ਦੇ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ। ਇਹ ਬਾਣੀ ਨੂੰ ਫਿਰ ਇਹਦੇ ਵਿੱਚ ਪਾ ਕੇ ਇਕੱਤਰ ਕਰਕੇ ਜਿਹੜੀ ਹੈ ਦਮਦਮੀ ਬੀੜ ਬਣੀ। ਮਹਾਰਾਜ ਨੇ ਭਾਈ ਮਣੀ ਸਿੰਘ ਜੀ ਤੋਂ ਗੁਰਬਾਣੀ ਲਿਖਾਈ, ਉਤਾਰੇ ਕਰਵਾਏ, ਅਤੇ ਸਿੱਖਾਂ ਨੂੰ ਬਾਣੀ ਜਦੋਂ ਜਿਵੇਂ ਮਹਾਰਾਜ ਲਿਖਾਈ ਜਾਂਦੇ ਸੀ ਉਵੇਂ ਉਵੇਂ ਉਹਨਾਂ ਦੇ ਅਰਥ ਵੀ ਦੱਸੀ ਜਾਂਦੇ ਸਨ। ਜਿਹੜੀਆਂ ਕਲਮਾਂ ਘੜੀਆਂ, ਕਲਮਾਂ ਜਿਹੜੀਆਂ ਵਰਤੀਆਂ ਮਹਾਰਾਜ ਨੇ, ਉਹ ਲਿਖਣ ਹਾਰ ਗੁਰਦੁਆਰਾ ਸਾਹਿਬ ਹੈ ਜਿੱਥੇ ਸਰੋਵਰ ਸਾਹਿਬ ਬਣਿਆ ਵਾ, ਉੱਥੇ ਸਪੁਰਦ ਕੀਤੀਆਂ ਉਹ ਕਲਮਾਂ। ਉਸ ਤੋਂ ਉਪਰੰਤ ਇਹਦੀ ਸੰਪੂਰਨਤਾ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹੁਣ ਗੁਰਤਾ ਗੱਦੀ ਕਦੋਂ ਮਿਲਦੀ ਹੈ? 1708 ਦੇ ਵਿੱਚ ਮਹਾਰਾਜ ਨੇ, ਆਪਾਂ ਆਮ ਕਹਿੰਦੇ ਨੇ ਪਰਪੁਰ ਪਿਆਨਾ ਕਰ ਗਏ, ਜਦੋਂ ਚੋਲਾ ਸੰਕੋਚਨਾ ਸੀ ਮਹਾਰਾਜ ਨੇ, ਤੇ ਸਾਰੇ ਸਿੱਖਾਂ ਨੂੰ, ਸੰਗਤਾਂ ਨੂੰ ਮਹਾਰਾਜ ਨੇ ਇਕੱਠੇ ਕੀਤਾ। ਜਿਸ ਤਰ੍ਹਾਂ ਪੰਜਾਂ ਪਿਆਰਿਆਂ ਨੂੰ ਇਕੱਤਰ ਕਰਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਆਪ ਲਈ ਛਕਾਇਆ, ਤੇ ਇਸੇ ਤਰ੍ਹਾਂ ਹੀ ਮਹਾਰਾਜ ਨੇ 5 ਪੈਸੇ ਨਾਰੀਅਲ ਰੱਖ ਕੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਵਾ ਕੇ ਮੱਥਾ ਟੇਕ ਦਿੱਤਾ। ਕਹਿੰਦੇ ਅੱਜ ਤੋਂ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਤੋਂ ਸਾਡੇ ਦਰਸ਼ਨ ਕਰਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮਹਾਨਤਾ ਦੇ ਦਿੱਤੀ 1708 ਦੇ ਵਿੱਚ। ਫਿਰ ਦੋਹਰਾ ਉਚਾਰਨ ਜਿਹੜਾ ਆਪਾਂ ਕਰਦੇ ਹਾਂ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਲਬੋ ਚਾਹੈ। ਜਿਹੜਾ ਕਹਿੰਦਾ ਮਿਲਣਾ ਚਾਹੁੰਦਾ, ਦਰਸ਼ਨ ਕਰਨਾ ਚਾਹੁੰਦਾ ਹੈ, ਖੋਜ ਸ਼ਬਦ ਮੈਂ ਲੈ। ਹੁਣ ਖੋਜਣਾ ਕੀ ਹੈ? ਹੁਣ ਗੁਰੂ ਗ੍ਰੰਥ ਸਾਹਿਬ ਜੀ ਤੇ ਰਮਾਲੇ ਸਾਹਿਬ ਪਾਏ ਆ, ਆਪਾਂ ਰਮਾਲੇ ਚੜਾਈ ਜਾਵੇ, ਆਪਾਂ ਰੇਖ ਦੇਖ ਵਧੀਆ ਕਰਦੇ, ਪਰ ਜਿੰਨਾ ਚਿਰ ਸਾਡੀ ਖੋਜ ਨਹੀਂ ਹੁੰਦੀ ਅਸੀਂ ਪੜ੍ਹਦੇ ਨਹੀਂ, ਬਾਣੀ ਨੂੰ ਪੜ੍ਹਦੇ ਨਹੀਂ। ਮਹਾਰਾਜ ਕਹਿੰਦੇ ਨਾ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਹਾਂ ਜਾਈ ਨਿਤ ਨਿਤ ਰੱਖੋ ਰਧਾਰੋ। ਹੁਣ ਜੇ ਆਪਾਂ ਖਾਣਾ ਖਾਂਦੇ, ਪ੍ਰਸ਼ਾਦਾ ਛਕਦੇ, ਉਹਨੂੰ ਚੰਗੀ ਤਰ੍ਹਾਂ ਨਾ ਖਾਵਾਂਗੇ, ਚੀਥਾਂਗੇ ਨਾ, ਇੱਦਾਂ ਹੀ ਨੰਗਾਈ ਜਾਵਾਂਗੇ, ਤਾਂ ਉਹਦਾ ਅਸਰ ਨਹੀਂ ਨਾ ਹੋਣਾ, ਬਿਮਾਰੀਆਂ ਹੋਣੀਆਂ। ਜਿੰਨਾ ਚਿਰ ਅਸੀਂ ਬਾਣੀ ਨੂੰ ਸੋਧ ਕੇ ਨਹੀਂ ਪੜ੍ਹਦੇ, ਉਹਨੂੰ ਵਿਚਾਰਦੇ ਨਹੀਂ, ਜਿੰਨਾ ਚਿਰ ਅਸੀਂ ਆਪਣੇ ਹਿਰਦੇ ਵਿੱਚ ਬਾਣੀ ਨੂੰ ਵਸਾਉਂਦੇ ਨਹੀਂ, ਉਹਨਾਂ ਚਿਰ ਸਾਨੂੰ ਗੁਰੂ ਦੀ ਖੋਜ ਦਾ ਨਹੀਂ ਪਤਾ ਲੱਗਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨਤਾ ਮਿਲੀ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਵੀ ਇਹ ਬਾਣੀ ਦਾ ਸਿੱਟਾ ਦਿੱਤਾ। ਇਹ ਬਾਣੀ ਦੇ ਨਾਲ ਵੇਖੋ ਸੱਜਣ ਠੱਗ, ਦੁਨੀ ਚੰਦ ਕਰੋੜੀਆ, ਉਹਨਾਂ ਨੂੰ ਜਾ ਕੇ ਸਮਝਾਇਆ, ਭੂਮੀਆਂ ਚੋਰ, ਕੌਡੇ ਰਾਖਸ਼ ਵਰਗਿਆਂ ਦਾ ਉਧਾਰ ਇਸ ਬਾਣੀ ਨਾਲ ਹੀ ਕੀਤਾ ਨਾ। ਹੁਣ ਦੁਨੀ ਚੰਦ ਕਰੋੜੀਆ ਸੀ। ਕਰੋੜੀਆ ਕਿਉਂ ਸੀ? ਉਹਦੇ ਕੋਲੇ ਇੰਨੀ ਧਨ ਸੀ, ਇੰਨਾ ਸੰਪਤੀ ਸੀ ਵੀ ਜਿਹਦੇ ਕੋਲੇ ਉਹਦੇ ਉਸ ਸਮੇਂ ਦੇ ਵਿੱਚ ਜਿਹਦੇ ਕੋਲੇ ਜਿੰਨਾ ਧਨ ਹੁੰਦਾ ਸੀ ਉਹਦੇ ਗੇਟ ਦੇ ਅੱਗੇ ਉਨੇ ਹੀ ਝੰਡੇ ਲੱਗਦੇ ਸੀ। ਦੁਨੀ ਚੰਦ ਕਰੋੜੀਆ ਕਿਉਂ ਸੀ? ਕਰੋੜਾਂ ਦਾ ਜਾਇਦਾਦ ਦਾ ਮਾਲਕ ਸੀ। 7 ਝੰਡੇ ਲੱਗੇ, 7 ਲੱਖ ਦਾ ਕਹਿੰਦੇ ਮਾਲਕ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੁਨੀ ਚੰਦ ਕਰੋੜੀਏ ਕੋਲੇ ਗਏ। ਜਦੋਂ ਗਏ, ਕਹਿਣ ਲੱਗਾ, ਆਓ ਫਕੀਰ ਜੀ ਕੀ ਛਕਣਾ? ਕਹਿੰਦੇ ਤੁਹਾਡਾ ਨਾਂ ਕੀ ਹੈ? ਕਹਿੰਦਾ ਜੀ ਦੁਨੀ ਚੰਦ ਕਰੋੜੀਆ ਕਹਿੰਦੇ ਨੇ। ਕਹਿੰਦੇ ਫਿਰ ਤਾਂ ਥਾਣੇ ਦਰਬਾਰੇ ਵੀ ਤੇਰੀ ਬੜੀ ਚੱਲਦੀ ਹੋਣੀ। ਮਹਾਰਾਜ ਕਹਿੰਦਾ ਮਹਾਰਾਜ ਚੱਲਦੀ ਹੈ, ਪਰ ਕਹਿੰਦਾ ਜੇ ਚੱਲਦੀ ਹੈ ਤਾਂ ਫਿਰ ਇੱਕ ਸਾਡਾ ਕੰਮ ਹੀ ਕਰਦੇ। ਦੁਨੀ ਚੰਦ ਕਰੋੜੀਏ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ। ਕਹਿੰਦੇ ਫਿਰ ਇੱਕ ਸੂਈ ਲੈ ਲਾ, ਸਾਨੂੰ ਅਗਲੀ ਦਰਗਾਹ ਦੇ ਵਿੱਚ ਦੇ ਦੀ, ਪਰਲੋਕ ਦੇ ਵਿੱਚ। ਉਹ ਕਹਿੰਦਾ ਜੀ 7 ਬਚਨ। ਸੂਈ ਲਿਆ ਕੇ ਆਪਣੇ ਘਰ ਵਾਲੀ ਨੂੰ ਦੁਨੀ ਚੰਦ ਕਰੋੜੀਆ ਕਹਿੰਦਾ ਵੀ ਇਹ ਸਾਂਭ ਕੇ ਰੱਖੀ, ਮਹਾਂਪੁਰਸ਼ਾਂ ਵੱਲੋਂ ਮਿਲੀ ਹੈ,
ਇਹਨਾਂ ਨੂੰ ਅਗਲੀ ਦਰਗਾਹ ਦੇ ਵਿੱਚ ਦੇਣੀ ਹੈ। ਉਹ ਕਹਿਣ ਲੱਗੀ ਦਰਗਾਹ 'ਚ ਤਾਂ ਸਰੀਰ ਨੂੰ ਵੀ ਨਹੀਂ ਜਾਣਾ, ਸਰੀਰ ਤਾਂ ਇੱਥੇ ਸਵਾਹ ਹੋ ਜਾਣਾ ਤੇ ਸੂਈ ਕਿੱਥੇ ਜਾਏਗੀ ਨਾਲ। ਇਹ ਫਕੀਰ ਨਾਲ ਤੁਸੀਂ ਵਾਅਦਾ ਕਰਕੇ ਆਇਓ, ਮੋੜ ਕੇ ਆਓ। ਜਦੋਂ ਗਿਆ ਮੋੜ, ਮਹਾਰਾਜ ਜੀ ਇੱਥੇ ਦਾ ਸਰੀਰ ਵੀ ਨਹੀਂ ਜਾਣਾ। ਤੇ ਫਿਰ ਦੁਨੀ ਚੰਦਾ ਜਿਹੜੀ ਆ 7 ਕਰੋੜ ਤੂੰ ਕਹਿਣਾ ਵੀ ਮੇਰੇ ਝੰਡੇ ਆ, ਇੰਨੀ ਲਾਈ ਸੰਪਤੀ, ਇਹਦਾ ਤੇਰੇ ਨਾਲ 1 ਰੁਪਈਆ ਵੀ ਨਹੀਂ ਜਾਣਾ। ਜਿਹੜੇ ਤੂੰ ਕਤਰ ਕੀਤੇ ਹੋਈ ਮਾਇਆ ਇਹ ਵੀ ਇੱਥੇ ਹੀ ਰਹਿ ਜਾਣੀ ਹੈ। ਵੇਖੋ ਸੂਈ 2 ਕੰਮ ਕਰਦੀ ਹੈ। ਸੂਈ ਦਾ ਇੱਕ ਤਿੱਖਾ ਪਾਸਾ ਹੁੰਦਾ ਤੇ ਇੱਕ ਸੁਰਾਖ ਵਾਲਾ ਪਾਸਾ ਹੁੰਦਾ। ਸੂਈ ਜਿਹੜੀ ਹੈ, ਸੂਈ ਦੇ ਪਿੱਛੇ ਜਾਂਦਾ ਧਾਗਾ, ਸੂਈ ਅੱਗੇ ਧਾਗਾ ਪਿੱਛੇ। ਸੋਨੇ ਕੀ ਸੂਈ ਰੁਪਏ ਕਾ ਧਾਗਾ, ਸੋਨੇ ਦੀ ਸੂਈ ਤੇ ਚਾਂਦੀ ਦੇ ਧਾਗੇ ਦੇ ਨਾਲ ਹੀ ਭਗਤ ਨਾਮਦੇਵ ਜੀ ਨੇ ਦੁਨੀਆ ਨੂੰ ਇਕੱਤਰ ਕੀਤਾ। ਸੂਈ 2 ਕੰਮ ਕਰਦੀ ਹੈ ਨਾ, ਸੂਈ ਲੰਘਦੀ ਹੈ, ਧਾਗਾ ਪਿੱਛੇ ਜਾਂਦਾ, ਪਾਟਿਆਂ ਨੂੰ ਸਿਉਣਾ। ਇਸੇ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੀ ਤੂੰ ਮਾਇਆ ਇਕੱਤਰ ਕੀਤੀ ਤੇਰੇ ਨਾਲ ਨਹੀਂ ਜਾਣੀ। ਤੂੰ ਨਾ ਚੰਗੇ ਕੰਮ ਕਰ, ਭਗਤੀ ਕਰ, ਸਿਮਰਨ ਕਰ, ਉਸ ਪਰਮੇਸ਼ਰ ਨੂੰ ਧਿਆ ਜੋ ਕਿ ਪਰਲੋਕ ਦੇ ਵਿੱਚ ਵੀ ਸਹਾਈ ਹੋਗੀ। ਇਹ ਤੇਰੀ ਮਾਇਆ ਨਹੀਂ ਜਾਣੀ। ਆਪਾਂ ਆਮ ਹੀ ਕਹਿ ਦਿੰਦੇ ਨਾ ਤੇਰੇ ਕਿਹੜਾ ਝੰਡੇ ਝੂਲਦੇ ਆ। ਉਹ ਗੱਲ ਪਹਿਲੇ ਪੁਰਾਤਨ ਸਮਿਆਂ 'ਚ ਸੀ, ਜਿਹਦੇ ਕੋਲੇ ਜਿੰਨਾ ਧਨ ਸੀ ਉਹਨੂੰ ਝੰਡੇ ਆਪਣੇ ਬਾਰ ਚਲਾਉਣੇ ਪੈਂਦੇ ਸਨ, ਦੱਸਣਾ ਪੈਂਦਾ ਸੀ ਸਰਕਾਰੀ ਦਰਬਾਰੇ ਵੀ ਇੰਨੀ ਧਨ ਹੈ। ਹੁਣ ਸਾਡੇ ਕੋਲੇ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਹੈ, ਸਾਡੇ ਕੋਲੇ ਮਾਇਆ ਵੀ ਹੈ, ਸਾਡੇ ਕੋਲੇ ਸਰੀਰ ਹੈ, ਤਾਨ ਹੈ, ਸੋਹਣਾ ਪਾਈਨੇ ਖਾਣਦੇ ਆ, ਪਰ ਉਸ ਪਰਮੇਸ਼ਰ ਦੇ ਨਾਮ ਤੋਂ ਅਸੀਂ ਵਾਂਝੇ ਹਾਂ। ਉਸ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ, ਉਸ ਪਰਮੇਸ਼ਰ ਦੀ ਆਰਾਧਨਾ ਨਹੀਂ ਕਰਦੇ, ਉਹਨੂੰ ਨਤਮਸਤਕ ਨਹੀਂ ਹੁੰਦੇ, ਉਹਦਾ ਸ਼ੁਕਰਾਨਾ ਨਹੀਂ ਕਰਦੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਕੋਲੇ ਇਸ਼ਟ ਹੈ। ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲੇ ਨਾ ਹੁੰਦੇ ਤਾਂ ਅਸੀਂ ਕਿਹਨੂੰ ਪਿਤਾ ਕਹਿੰਦੇ, ਅਸੀਂ ਕਿਹਦੇ ਨਾਲ ਅਸੀਂ ਵਿਚਾਰਾਂ ਸਾਂਝੀਆਂ ਕਰਦੇ, ਕਿੱਥੋਂ ਲੈ ਕੇ ਸਾਨੂੰ ਸੇਧ ਮਿਲਣੀ ਸੀ, ਕਿੱਥੋਂ ਸਾਡੇ ਜੀਵਨ ਦੀ ਘਾੜਤ ਘੜੀ ਜਾਣੀ ਸੀ ਜੇ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਨਾ ਹੁੰਦੇ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੋ। ਜਿੱਥੇ ਵੀ ਕਿਸੇ ਦਾ ਸਮਾਂ ਹੈ, ਜਿੱਥੇ ਵੀ ਕਿਸੇ ਨੂੰ ਨਜ਼ਦੀਕ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਡੇ ਇਸ਼ਟ ਨੇ, ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਿਵਸ ਹੈ, ਅਸੀਂ ਮਨਾ ਰਹੇ ਹਾਂ। ਸੋ ਇਹੀ ਅਖੀਰ ਦੇ ਵਿੱਚ ਬੇਨਤੀ ਕਰਾਂਗੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਾਨਤਾ ਜਿਹੜੀ ਮਿਲੀ ਹੈ, ਸਾਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ। ਜੀਵਨ ਜਾਂਚ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਬਾਣੀ ਪੜ੍ਹੋ, ਗੁਰੂ ਵਾਲੇ ਬਣੋ, ਸਿੰਘ ਸਜੋ, ਅੰਮ੍ਰਿਤ ਪਾਨ ਕਰੋ। ਇੱਥੇ ਸਮਾਪਤੀ ਹੈ। ਸਤਿਗੁਰੂ ਬਖਸ਼ਿਸ਼ ਕਰਨ, ਕਿਰਪਾ ਕਰਨ। ਇਸੇ ਤਰ੍ਹਾਂ ਆਪ ਜੀ ਸੰਗਤਾਂ ਨੂੰ ਦੇ ਅਰੋਗਤਾ, ਤੰਦਰੁਸਤੀਆਂ ਤੇ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਮਹਾਰਾਜ ਜੀ ਆਪ ਜੀ ਨੂੰ ਉਦਮ ਬਖਸ਼ਣ। ਸੋ ਆਓ ਹੁਣ ਆਨੰਦ ਸਾਹਿਬ 6 ਪੌੜੀਆਂ ਪਰ ਰਲ ਕੇ ਸਾਰਿਆਂ ਨੇ ਪੜ੍ਹਨੀਆਂ, ਸਾਰੀਆਂ ਸੰਗਤਾਂ ਨੇ ਨਾਲ ਪੜ੍ਹਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਭਰੀਆਂ, ਸਬਦੋ ਤਾਂ ਗਾਵੋ ਹਰੀ ਕੇਰਾ ਮਾਨ ਜਿ। ਕਹਿ ਨਾਨਕ ਆਨੰਦ ਹੋਆ ਸਤਿ। ਏ ਮਨ ਮੇਰਿਆ ਤੂੰ ਸਦਾ ਰਹ। ਹਰ ਨਾਲ ਰਹੋ ਤੂੰ ਮਨ ਮੇਰੇ ਦੂ। ਅੰਗੀਕਾਰੋ ਕਰੇ ਤੇਰਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਕਹਿ ਨਾਨਕ ਮਨ ਮੇਰੇ, ਸਾਚੇ ਸਾਹਿਬਾ ਕਿਆ ਨਹੀਂ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਸਦਾ ਸਿਫਤ ਸਲਾਹ ਤੇਰੀ। ਨਾਮ ਜਿਨ ਕੈ ਮਨ ਵਸਿਆ ਵਾਜੇ, ਕਹਿ ਨਾਨਕ ਸੱਚੇ ਸਾਹਿਬ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਜਿਨ ਭੁੱਖਾਂ ਸਭ। ਕਰ ਸਾਤ ਸੁਖ ਮਨ ਆਏ ਵਸਿਆ ਜਿਨ। ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ। ਕਹਿ ਨਾਨਕ ਸੁਨੋ ਸੰਤੋ,
ਸਾਚਾ ਨਾਮ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਕਾਲਾ ਜਿਤ ਕਰ। ਪੰਚ ਦੂਤ ਤੁਧ ਵਸ ਕੀਤੇ, ਧੁਰ ਕਰਮ ਪਾਇਆ ਤੁਧ ਜਿਨ ਕੋ ਸੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ। ਅਨੰਦ ਸੁਨੋ ਵੱਡ ਭਾਗਿਓ, ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਦੁਖ ਰੋਗ ਸੰਤਾਪ, ਉਤਰੇ ਸੁਣੀ ਸਾਚੀ। ਸੰਤ ਸਾਜਨ ਭਏ ਸਰਸੇ ਪੂਰੇ, ਸੁਣਤੇ ਪਨੀਤ ਕਹਿਤੇ ਪਵਿੱਤ। ਸਤ ਗੁਰ ਰਹੇ ਬਿਨਵੰਤ, ਨਾਨਕ ਗੁਰ ਚਰਨ ਲਾਗੇ ਵਾਜੇ। ਸਲੋਕ ਪਵਨ ਗੁਰੂ ਪਾਣੀ, ਮਾਤਾ ਧਰਤ ਦਿਵਸ ਰਾਤ ਦੋਇ ਦਾਈ। ਦਾਇਆ ਖੇਲੈ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਕਰਮੀ ਆਪੋ ਆਪਣੀ। ਕੇ ਨੇੜੇ ਜਿਨੇ ਨਾਮ ਤੇ ਆਇਆ ਗਏ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਜਿਨੇ ਨਾਮ ਤੇ ਆਇਆ, ਨਾਨਕ ਤੇ ਮੁਖ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।